आई होप बेटे तुसीं सारे ठीक हो। बेटे ਆਪਾਂ ਅੱਜ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਸੈਲਸ ਇਨ ਸੀਰੀਜ਼ ਐਂਡ ਇਨ ਪੈਰਲਲ। ਬੇਟੇ ਇਸ ਦੇ ਵਿੱਚ ਆਪਾਂ ਕੀ ਕਰਨਾ ਹੈ ਕਿ ਸਪੋਜ਼ ਕਰ ਲਓ ਆਪਣੇ ਕੋਲ ਨੰਬਰ ਆਫ ਸੈਲਸ ਨੇ, ਉਹ ਕਿਸ ਟਾਈਪ ਦੇ ਨਾਲ ਬੇਟੇ ਕਨੈਕਟ ਹੋ ਸਕਦੇ ਨੇ, ਤਾਂ ਉਹਦੇ 3 ਕੰਬੀਨੇਸ਼ਨਸ ਨੇ ਰਾਜੇ। ਕਿਵੇਂ? ਸਾਰੇ ਸੈੱਲ ਬੇਟਾ ਸੀਰੀਜ਼ ਦੇ ਵਿੱਚ ਹੋ ਸਕਦੇ ਨੇ, ਸਾਰੇ ਹੀ ਸੈੱਲ ਪੈਰਲਲ ਦੇ ਵਿੱਚ ਹੋ ਸਕਦੇ ਨੇ, ਜਾਂ ਫਿਰ ਸੀਰੀਜ਼ ਪਲੱਸ ਪੈਰਲਲ ਦੇ ਵਿੱਚ ਹੋ ਸਕਦੇ ਨੇ। ਤਾਂ ਬੇਟੇ ਆਪਾਂ ਸੈਲਸ ਨੂੰ ਕਿਸੇ ਵੀ ਸਰਕਿਟ ਦੇ ਅੰਦਰ ਇਹਨਾਂ 3 ਟਾਈਪਸ ਦੇ ਨਾਲ ਬੇਟੇ ਆਪਾਂ ਕੰਬਾਈਨ ਕਰ ਸਕਦੇ ਹਾਂ, ਕੰਬੀਨੇਸ਼ਨ ਜਿਹੜਾ ਉਹ ਕ੍ਰੀਏਟ ਕਰ ਸਕਦੇ ਹਾਂ। ਫਰਦਰ ਬੇਟੇ ਜਿਹੜੀ ਇਹ ਗਰੁੱਪਿੰਗ ਹੈ ਉਹ ਡਿਵਾਈਡਡ 2 ਟਾਈਪਸ ਦੇ ਵਿੱਚ। ਪਹਿਲਾ ਕੇਸ ਕੀ ਹੈ ਰਾਜੇ? ਗਰੁੱਪਿੰਗ ਆਫ ਆਇਡੈਂਟੀਕਲ ਸੈਲਸ, ਕਿ ਉਹ ਸਾਰੇ ਸੈਲਸ ਜਿਨ੍ਹਾਂ ਦਾ ਬੇਟੇ EMF ਵੀ ਸੇਮ ਹੋਵੇ, ਇੰਟਰਨਲ ਰੈਜ਼ਿਸਟੈਂਸ ਵੀ ਸੇਮ ਹੋਵੇ, ਤਾਂ ਉਹਨਾਂ ਸੈਲਸ ਦੀ ਆਪਾਂ ਗਰੁੱਪਿੰਗ ਕਰਨੀ ਹੋਵੇ। ਦੂਜਾ ਕੇਸ ਕੀ ਹੈ ਬੇਟੇ? ਅਨਆਇਡੈਂਟੀਕਲ ਸੈਲਸ, ਕਿ ਕਿਸੇ ਸੈੱਲ ਦਾ EMF ਕੋਈ ਹੋਊਗਾ, ਦੂਸਰੇ ਸੈੱਲ ਦਾ ਕੋਈ ਹੋਰ ਹੋਊਗਾ। ਇਟ ਮੀਨਸ ਆਲ ਸੈਲਸ ਆਰ ਹੈਵਿੰਗ ਡਿਫਰੈਂਟ EMF ਐਂਡ ਇੰਟਰਨਲ ਰੈਜ਼ਿਸਟੈਂਸ। ਇਹਦਾ ਮਤਲਬ ਕੀ ਹੈ ਬੇਟੇ? ਜਿਹੜੇ ਸਾਰੇ ਸੈੱਲ ਹੋਣਗੇ ਉਹਨਾਂ ਦਾ ਅਲੱਗ EMF ਹੋਊਗਾ, ਅਲੱਗ ਹੀ ਕੀ ਹੋਊਗਾ? ਇੰਟਰਨਲ ਰੈਜ਼ਿਸਟੈਂਸ ਹੋਊਗਾ। ਅੱਜ ਬੇਟੇ ਆਪਾਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਗਰੁੱਪਿੰਗ ਆਫ ਆਇਡੈਂਟੀਕਲ ਸੈਲਸ ਇਨ ਸੀਰੀਜ਼। ਇਸ ਦੇ ਵਿੱਚ ਆਪਾਂ ਕੀ ਕਰਾਂਗੇ ਬੇਟੇ? ਜਿਹੜੇ ਸਾਰੇ ਸੈੱਲ ਨੇ ਸਾਡੇ ਕੋਲ ਉਹਨਾਂ ਦਾ ਜਿਹੜਾ EMF ਹੈ ਔਰ ਇੰਟਰਨਲ ਰੈਜ਼ਿਸਟੈਂਸ ਹੈ ਬੇਟੇ ਉਹ ਕੀ ਹੋਊਗੀ? ਸੇਮ ਹੋਊਗੀ। ਤਾਂ ਉਸਦਾ ਬੇਟੇ ਜੋ ਅਰੇਂਜਮੈਂਟ ਉਹ ਇਸ ਟਾਈਪ ਦਾ ਹੋਊਗਾ। ਦੇਖੋ ਇੱਥੇ ਆਪਾਂ ਕੰਸੀਡਰ ਕੀਤਾ ਬੇਟੇ ਆਪਣੇ ਕੋਲ ਕੀ ਨੇ? N ਸੈਲਸ ਨੇ ਜਿਨ੍ਹਾਂ ਦਾ EMF ਕੀ ਹੈ? ਦੇਖੋ ਬੇਟੇ ਐਪਸੈਲਿਨ। ਇਟ ਮੀਨਸ ਆਲ ਸੈਲਸ ਆਰ ਹੈਵਿੰਗ ਸੇਮ EMF ਹੈ, ਤਾਂ ਸੇਮ ਇੱਕੋ ਤਰ੍ਹਾਂ ਦੇ ਹੋ ਗਏ ਬੇਟੇ, ਆਇਡੈਂਟੀਕਲ ਹੋ ਗਏ। ਸੇਮ ਬੇਟੇ ਉਹਨਾਂ ਦਾ R ਵੀ ਕੀ ਆਪਾਂ ਇਕੁਅਲ ਲਿਆ ਹੋਇਆ, ਸਾਰਿਆਂ ਦਾ ਸੇਮ ਲਿਆ ਹੋਇਆ। ਠੀਕ ਹੈ ਜੀ। ਤਾਂ ਇਹ ਸਾਰੇ ਬੇਟਾ ਜੋ ਸੈਲਸ ਨੇ ਉਹ ਕਨੈਕਟਡ ਨੇ ਇੱਕ ਐਕਸਟਰਨਲ ਰੈਜ਼ਿਸਟੈਂਸ ਹੈ ਜਿਹੜੀ R ਹੈ। ਤਾਂ ਹੁਣ ਬੇਟੇ ਲੌਜਿਕ ਹੈਗਾ ਕੀ ਹੈ, ਕਰਨਾ ਕੀ ਹੈ? ਜਦੋਂ ਵੀ ਬੇਟੇ ਆਪਾਂ ਸੈਲਸ ਦੀ ਗਰੁੱਪਿੰਗ ਕਰਾਂਗੇ ਤਾਂ ਆਪਾਂ ਸੈੱਲ ਤੋਂ ਕੀ ਪ੍ਰੋਵਾਈਡ ਕਰਵਾਉਂਦੇ ਹਾਂ ਬੇਟੇ? ਪੋਟੈਂਸ਼ੀਅਲ ਡਿਫਰੈਂਸ, ਜਿਹਦੇ ਕੋਰਸਪੋਂਡਿੰਗ ਕਰੰਟ ਹੈ ਜਿਹੜਾ ਉਹ ਫਲੋ ਕਰਦਾ। ਇਹਦਾ ਮਤਲਬ ਕੀ ਹੈ ਬੇਟੇ? ਇੱਥੇ ਆਪਾਂ ਦੇਖਾਂਗੇ ਕਿ ਜਦੋਂ ਆਪਾਂ ਆਇਡੈਂਟੀਕਲ ਸੈਲਸ ਦੀ ਗਰੁੱਪਿੰਗ ਕਰਦੇ ਹਾਂ ਤਾਂ ਕਰੰਟ ਦੀ ਵੈਲਿਊ ਹੈ ਉਹ ਕੀ ਆਉਂਦੀ ਹੈ। ਠੀਕ ਹੈ ਜੀ। ਹੁਣ ਬੇਟੇ ਅਕੋਰਡਿੰਗ ਟੂ ਓਮਸ ਲੋ I ਕਿਹਦੇ ਇਕੁਅਲ ਹੁੰਦਾ ਰਾਜੇ? V/R। ਤਾਂ ਸਿੰਪਲ ਜਿਹਾ ਫੰਡਾ ਹੈ, ਇੱਥੇ V ਫਾਈਂਡ ਕਰ ਲਓ, R ਫਾਈਂਡ ਆਊਟ ਕਰ ਲਓ। V ਕੀ ਹੋਊਗਾ ਰਾਜੇ? ਸਾਡਾ ਪੋਟੈਂਸ਼ੀਅਲ ਡਿਫਰੈਂਸ ਹੋਊਗਾ ਸਾਰਿਆਂ ਦਾ, ਉਹ ਸਾਰੇ ਸੈਲਸ ਦਾ ਦੇਖ ਲਾਂਗੇ। ਸਿਮਿਲਰਲੀ ਆਪਾਂ ਸਾਰੇ ਸਰਕਿਟ ਦੀ ਰੈਜ਼ਿਸਟੈਂਸ ਦੇਖ ਲਾਂਗੇ, ਦੋਨਾਂ ਨੂੰ ਡਿਵਾਈਡ ਕਰ ਦਾਂਗੇ ਬੇਟੇ, ਆਨਸਰ ਆ ਜਾਊਗਾ। ਹੋਰ ਕੁਝ ਵੀ ਨਹੀਂ ਹੈਗਾ ਬੇਟੇ, ਬਹੁਤ ਈਜ਼ੀ ਹੈ। ਹੁਣ ਆਪਾਂ ਦੇਖੋ ਟੋਟਲ ਰੈਜ਼ਿਸਟੈਂਸ ਫਾਈਂਡ ਆਊਟ ਕਰਨੀ ਹੈ। ਹੁਣ ਇਹ ਸਾਰੇ ਕੀ ਨੇ ਬੇਟੇ? ਸੀਰੀਜ਼ ਦੇ ਵਿੱਚ ਨੇ। ਇਟ ਮੀਨਸ ਸਾਰਿਆਂ ਦਾ ਕੀ ਹੋ ਜਾਊਗਾ ਬੇਟੇ? ਐਡ ਹੋ ਜਾਊਗਾ ਅਕੋਰਡਿੰਗ ਟੂ ਫਾਰਮੂਲਾ R = R1 + R2 + R3। ਸੋ ਔਨ N ਟਰਮਸ ਨੇ ਆਪਣੇ ਕੋਲ। ਹਰ ਇੱਕ ਦਾ ਬੇਟੇ EMF ਹੈ ਜਿਹੜਾ, EMF ਦੀ ਆਪਾਂ ਗੱਲ ਕਰ ਰਹੀ ਹਾਂ ਬੇਟੇ, ਸੀਰੀਜ਼ ਦੇ ਵਿੱਚ ਨੇ ਤਾਂ ਸਾਰਿਆਂ ਦਾ ਕੀ ਹੋ ਜਾਂਦਾ? ਐਡ ਹੋ ਜਾਂਦਾ। ਠੀਕ ਹੈ ਜੀ। ਕਿਉਂਕਿ ਬੇਟੇ ਆਪਾਂ ਰੈਜ਼ਿਸਟੈਂਸ ਇਨ ਸੀਰੀਜ਼ ਜਦੋਂ ਕੀਤਾ ਸੀਗਾ ਉਦੋਂ ਆਪਾਂ ਬੋਲਿਆ ਸੀਗਾ ਕਿ ਜੋ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਕੀ ਸੀਗਾ ਬੇਟੇ? V = V1 + V2 + V3। ਠੀਕ ਹੈ, ਐਵੇਂ ਕੀਤਾ ਸੀਗਾ ਆਪਾਂ। ਤਾਂ ਹੁਣ ਇੱਥੇ ਵੀ ਕੀ ਕਰਾਂਗੇ ਰਾਜੇ? ਸਾਰੇ ਸੀਰੀਜ਼ ਹੋਣ ਕਰਕੇ ਸਾਰਿਆਂ ਦਾ ਐਡ ਹੋ ਜਾਊਗਾ। ਹੁਣ N ਟਰਮਸ ਤੱਕ ਸੀ ਬੇਟੇ, ਇਸ ਨੂੰ ਆਪਾਂ ਲਿਖ ਲਿਆ N ਐਪਸਿਲਨ। ਠੀਕ ਹੈ ਜੀ। ਹੁਣ ਇਹ ਕੀ ਆ ਗਿਆ ਬੇਟੇ? ਆਪਣੇ ਕੋਲ ਐਪਸਿਲਨ ਵੀ ਆਪਾਂ ਨੂੰ ਪਤਾ ਹੀ ਹੈ ਕਿ ਪੋਟੈਂਸ਼ੀਅਲ ਡਿਫਰੈਂਸ ਹੀ ਹੁੰਦਾ, ਤਾਂ ਆਪਣੇ ਕੋਲ ਜਿਹੜੀ V ਦੀ ਵੈਲਿਊ ਸੀ ਬੇਟੇ ਇਹ ਫਾਈਂਡ ਹੋ ਗਈ। ਹੁਣ ਆਪਾਂ ਫਾਈਂਡ ਕਰਾਂਗੇ ਰਾਜੇ R। ਤਾਂ ਹੁਣ ਅਗਰ ਬੇਟੇ ਸਰਕਟ ਨੂੰ ਦੇਖੋ ਤਾਂ ਉਹਦੇ ਵਿੱਚ ਪਹਿਲਾਂ ਤਾਂ ਆਹ ਸਾਰੀਆਂ R ਨੇ, ਉਸ ਤੋਂ ਬਾਅਦ ਬੇਟੇ ਆਹ ਵਾਲੀ R ਹੈ। ਤਾਂ ਆਪਾਂ ਇਹ ਪਹਿਲਾਂ ਕੀ ਕਰਾਂਗੇ? ਇਸ ਹੋਲ ਜਿੰਨੇ ਵੀ ਸਾਡੇ ਕੋਲ ਸੈਲਸ ਨੇ ਉਹਨਾਂ ਦੀ ਇੰਟਰਨਲ ਰੈਜ਼ਿਸਟੈਂਸ ਦੇਖ ਦਾਂਗੇ, ਫਿਰ ਉਹਦੇ 'ਚ ਪਲੱਸ ਕੀ ਕਰ ਦਾਂਗੇ ਬੇਟੇ? ਐਕਸਟਰਨਲ। ਤਾਂ ਸਾਰੇ ਸਰਕਿਟ ਦੀ ਆਪਣੇ ਕੋਲ ਕੀ ਆ ਜੂਗੀ ਰਾਜੇ? ਟੋਟਲ ਰੈਜ਼ਿਸਟੈਂਸ ਆ ਜੂਗੀ। ਫਿਰ ਆਪਾਂ ਦੋਨਾਂ ਨੂੰ ਕੀ ਕਰ ਦਾਂਗੇ? ਡਿਵਾਈਡ ਕਰ ਦਾਂਗੇ। ਤਾਂ ਹੁਣ ਰਾਜੇ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੈ ਉਹ ਵੀ ਕੀ ਹੈ ਬੇਟੇ? ਸੀਰੀਜ਼ ਦੇ ਵਿੱਚ ਲੱਗੀ ਹੋਈ ਹੈ, ਤਾਂ ਉਸ ਨੂੰ ਵੀ ਆਪਾਂ ਕੀ ਕੀਤਾ? ਐਡ ਕਰਤਾ। N ਟਰਮਸ ਤੱਕ ਬੇਟੇ NR ਆ ਗਿਆ। ਤਾਂ ਟੋਟਲ ਰੈਜ਼ਿਸਟੈਂਸ ਸਰਕਿਟ ਦੀ ਕੀ ਆ ਗਈ ਰਾਜੇ? NR + R। ਆਹ ਸਾਡੀ ਕੀ ਹੋ ਗਈ ਬੇਟੇ? ਇੰਟਰਨਲ ਰੈਜ਼ਿਸਟੈਂਸ। ਆਹ ਸਾਡੀ ਕੀ ਹੋ ਗਈ? ਐਕਸਟਰਨਲ ਰੈਜ਼ਿਸਟੈਂਸ। ਦੋਨਾਂ ਨੂੰ ਅਸੀਂ ਐਡ ਕਰਦਾ ਤਾਂ ਸਾਰੇ ਸਰਕਿਟ ਦੀ ਸਾਡੇ ਕੋਲ ਰੈਜ਼ਿਸਟੈਂਸ ਆ ਗਈ। ਹੁਣ ਆਪਾਂ ਫਾਈਂਡ ਕਰਾਂਗੇ ਬੇਟੇ I ਦੀ ਵੈਲਿਊ। I ਦੇ V/R ਹੈ ਬੇਟੇ, V ਆਪਾਂ ਪਿੱਛੇ ਫਾਈਂਡ ਆਊਟ ਕਰ ਲਿਆ ਰਾਜੇ। R ਦੀ ਵੈਲਿਊ ਆਹ ਕੀਤੀ ਸੀ, ਆ ਗਿਆ ਬੇਟੇ ਆਪਣੇ ਕੋਲ I ਦੀ ਵੈਲਿਊ। ਹੁਣ ਆਪਾਂ ਅੱਗੇ ਰਾਜੇ ਸਪੈਸ਼ਲ ਕੇਸਿਸ ਕੰਸੀਡਰ ਕਰਾਂਗੇ ਕਿ ਅਗਰ ਐਵੇਂ ਹੋ ਜੇ ਤਾਂ I ਦੀ ਵੈਲਿਊ ਕੀ ਹੋਊਗੀ। ਤਾਂ ਉਸ ਟਾਈਪ ਦੇ ਬੇਟੇ ਸਾਡੇ ਕੋਲ ਕੇਸਿਸ ਨੇ। ਤਾਂ ਫਸਟ ਕੇਸ ਦੇ ਵਿੱਚ ਆਪਾਂ ਕੀ ਅਜ਼ਿਊਮ ਕੀਤਾ ਬੇਟੇ? R ਹੈ ਜੋ ਲੈਸ ਦੈਨ NR ਹੈ। ਬੇਟੇ R ਦਾ ਕੀ ਮਤਲਬ ਹੈ? ਐਕਸਟਰਨਲ ਰੈਜ਼ਿਸਟੈਂਸ। ਉਹ ਲੈਸ ਕਿਹਦੇ ਹੋਊਗੀ? ਇੰਟਰਨਲ ਦੇ। ਤਾਂ ਇਸ ਕੇਸ ਦੇ ਵਿੱਚ ਬੇਟੇ ਆਪਾਂ ਕੀ ਕਰਾਂਗੇ? R ਨੂੰ ਕੀ ਕਰ ਦਾਂਗੇ? ਨੈਗਲੈਕਟ ਕਰ ਦਾਂਗੇ। ਅਤੇ ਜਦੋਂ R ਨੂੰ ਨੈਗਲੈਕਟ ਕੀਤਾ ਬੇਟੇ N/NR ਆ ਗਿਆ। N ਨਾਲ N ਕੈਂਸਲ ਆਊਟ ਹੋ ਗਿਆ ਬੇਟੇ, εR ਆ ਗਿਆ। ਦਸ ਕੀ ਆਇਆ ਬੇਟਾ? ਕਰੰਟ ਜਿਹੜਾ ਐਕਸਟਰਨਲ ਸਰਕਿਟ ਦਾ ਇਜ਼ ਸੇਮ ਹੈ ਐਜ਼ ਅ ਕਰੰਟ ਡਿਊ ਟੂ ਸਿੰਗਲ ਸੈੱਲ। ਅਗਰ ਆਪਾਂ ਸਿੰਗਲ ਸੈੱਲ ਦੀ ਗੱਲ ਕਰੀਏ ਤਾਂ I V/R
ਐਪਸੈਲਨ ਆਪਾਂ ਲਿਆ ਹੋਇਆ ਬੇਟਾ EMF, R ਸਾਡੇ ਕੋਲ ਇੰਟਰਨਲ ਹੈ। ਤਾਂ ਕਹਿੰਦਾ ਕਿ ਕਰੰਟ ਜਿਹੜਾ ਦੀ ਵੈਲਿਊ ਹੈ ਉਹ ਸੇਮ ਆਊਗੀ ਜਿਹੜੀ ਡਿਊ ਟੂ ਸਿੰਗਲ ਸੈੱਲ ਕਰਕੇ ਹੈ। ਠੀਕ ਹੈ ਜੀ। ਸੈਕਿੰਡ ਕੇਸ ਬੇਟੇ ਜਦੋਂ ਹੁਣ R ਗ੍ਰੇਟਰ ਦੈਨ NR ਹੈ ਤਾਂ NR ਕੀ ਹੋ ਗਿਆ ਰਾਜੇ, ਛੋਟਾ ਹੋ ਗਿਆ। ਇਸ ਨੂੰ ਆਪਾਂ ਕੀ ਕਰ ਦਾਂਗੇ, ਨੈਗਲੈਕਟ ਕਰ ਦਾਂਗੇ। ਠੀਕ, ਨੈਗਲੈਕਟ ਕੀਤਾ ਤਾਂ ਆਪਣੇ ਕੋਲ ਇਹ ਵੈਲਿਊ ਆ ਗਈ। ਤਾਂ ਇੱਥੇ ਆਪਾਂ ਕੀ ਦੇਖਿਆ ਬੇਟੇ, ਜਿਹੜਾ ਕਰੰਟ ਹੈ ਇਨ ਦਾ ਐਕਸਟਰਨਲ ਰੈਜ਼ਿਸਟੈਂਸ ਉਹ N ਟਾਈਮਜ਼ ਐਪਸੈਲਨ ਬਾਈ R ਆ ਗਿਆ। ਦੇਖੋ ਇੱਥੇ ਐਪਸੈਲਨ ਬਾਈ R ਆਪਾਂ ਫਾਈਂਡ ਕੀਤਾ ਸੀ, ਇਹ ਸਿੰਗਲ ਸੈੱਲ ਦਾ ਸੀਗਾ। ਤਾਂ ਉਹਦੇ ਨਾਲ ਕੀ ਆ ਗਿਆ ਬੇਟੇ, N ਟਾਈਮਜ਼ ਇੱਕ ਸਿੰਗਲ ਸੈੱਲ ਦੇ ਵਿੱਚ ਜਿੰਨਾ ਕਰੰਟ ਫਲੋ ਕਰੂਗਾ ਉਸ ਦੀ ਵੈਲਿਊ ਆ ਜਾਊਗੀ। ਕਦੋਂ ਬੇਟਾ, ਜਦੋਂ ਐਕਸਟਰਨਲ ਰੈਜ਼ਿਸਟੈਂਸ ਹੈ ਮਚ ਗ੍ਰੇਟਰ ਦੈਨ ਹੋਊਗਾ ਬੇਟੇ ਇੰਟਰਨਲ ਰੈਜ਼ਿਸਟੈਂਸ ਆਫ ਸੈੱਲਸ ਦੇ। ਠੀਕ ਹੈ ਜੀ। ਤਾਂ ਇਹ ਕੇਸ 2 ਬੇਟੇ ਇਸ ਨੂੰ ਯਾਦ ਰੱਖਣਾ ਹੈ ਬੇਟੇ। ਕਿਸੇ ਵੀ ਕੁਐਸਚਨ ਦੇ ਵਿੱਚ ਤੁਹਾਨੂੰ ਇਨਡਾਇਰੈਕਟ ਇਸ ਟਾਈਪ ਦੇ ਨਾਲ ਕਿ ਉਹ ਕੰਡੀਸ਼ਨ ਨੂੰ ਸ਼ੋ ਕਰੋ ਜਾਂ ਫਾਈਂਡ ਕਰੋ ਜਿਸ ਦੇ ਵਿੱਚ ਕੀ ਹੋਵੇ ਬੇਟਾ, ਜੋ ਕਰੰਟ ਹੈ ਉਹ ਸੇਮ ਹੋਣਾ ਚਾਹੀਦਾ ਹੈ ਕਿਹਦੇ, ਡਿਊ ਟੂ ਸਿੰਗਲ ਸੈੱਲ ਕਰਕੇ। ਤਾਂ ਇਸ ਨੂੰ ਬੇਟੇ ਸਪੈਸ਼ਲ ਕੇਸਿਸ ਆਲਵੇਜ਼ ਮਾਈਂਡ ਦੇ ਵਿੱਚ ਰੱਖਣੇ ਨੇ ਤੁਸੀਂ। ਇਟ ਮੀਨਸ ਬੇਟਾ ਆਪਾਂ ਸੀਰੀਜ਼ ਕੰਬੀਨੇਸ਼ਨ ਤੋਂ ਕੀ ਕਨਕਲੂਡ ਕੀਤਾ ਕਿ ਅਗਰ ਤਾਂ ਐਕਸਟਰਨਲ ਰੈਜ਼ਿਸਟੈਂਸ ਦੀ ਵੈਲਿਊ ਹਾਈ ਹੋਊਗੀ ਬੇਟੇ ਕੰਪੈਰੇਟਿਵਲੀ ਟੋਟਲ ਰੈਜ਼ਿਸਟੈਂਸ ਆਫ ਸੈੱਲ, ਤਾਂ ਉਸ ਕੇਸ ਦੇ ਵਿੱਚ ਹੀ ਬੇਟੇ ਜਿਹੜੇ ਮੈਕਸਿਮਮ ਕਰੰਟ ਦੀ ਵੈਲਿਊ ਹੈ, ਮਤਲਬ ਮੈਕਸਿਮਮ ਕਰੰਟ ਹੈ, ਉਹ ਹੋ ਸਕਦਾ ਹੈ। ਇਹੀ ਫਾਈਂਡ ਕੀਤਾ ਨਾ ਬੇਟੇ, ਕਿਉਂਕਿ ਪਹਿਲੇ ਕੇਸ ਦੇ ਵਿੱਚ ਜਦੋਂ ਆਪਾਂ ਡਿਸਕਸ ਕੀਤਾ ਕਿ R ਲੈਸ ਦੈਨ NR ਹੈ ਤਾਂ ਉਦੋਂ I ਦੀ ਵੈਲਿਊ ਉਨੀ ਹੀ ਆਈ ਜੋ ਇੱਕ ਸਿੰਗਲ ਸੈੱਲ ਦੀ ਸੀਗੀ। ਠੀਕ ਹੈ ਜੀ। ਤਾਂ ਇਹ ਤੋਂ ਬੇਟਾ ਆਪਾਂ ਇਹ ਕਨਕਲੂਡ ਕਰਦੇ ਹਾਂ। ਹੁਣ ਨੈਕਸਟ ਬੇਟੇ ਆਪਾਂ ਡਿਸਕਸ ਕਰਾਂਗੇ ਪੈਰਲਰ ਗਰੁੱਪਿੰਗ। ਬੇਟੇ ਇਹਦੇ 'ਚ ਵੀ ਬਹੁਤ ਈਜ਼ੀ ਹੈ, ਉਹੀ ਬਸ ਹੁਣ ਕਰਨਾ ਕੀ ਹੈ ਰਾਜੇ, ਸਾਰੇ ਸੈੱਲਸ ਨੂੰ ਆਪਾਂ ਕੀ ਲਾ ਦੇਣਾ, ਪੈਰਲਰ ਦੇ ਵਿੱਚ ਲਾ ਦੇਣਾ। ਹਰ ਇੱਕ ਦਾ EMF ਕਿੰਨਾ ਰਾਜੇ, ਐਪਸੈਲਨ ਹੈ, ਇੰਟਰਨਲ ਰੈਜ਼ਿਸਟੈਂਸ R ਹੈ। ਤਾਂ ਉਹੀ ਸੇਮ ਪ੍ਰੋਸੈਸ ਕਰਾਂਗੇ ਬੇਟੇ, ਪਹਿਲਾਂ ਟੋਟਲ EMF ਦੇਖਾਂਗੇ ਫਿਰ ਟੋਟਲ ਰੈਜ਼ਿਸਟੈਂਸ ਦੇਖਾਂਗੇ। ਠੀਕ ਹੈ ਜੀ। ਹੁਣ ਪਹਿਲਾਂ ਆਪਾਂ ਟੋਟਲ ਰੈਜ਼ਿਸਟੈਂਸ ਦੇਖ ਲਈਏ। ਹੁਣ ਪੈਰਲਰ ਦੇ ਵਿੱਚ ਆਪਾਂ ਇਹੀ ਲੈਣੇ ਹੁੰਦੇ ਰਾਜੇ, ਅਪ ਟੂ ਇਹਨੂੰ M ਟਰਮਸ ਲੈ ਲਿਆ ਆਪਾਂ, N ਵੀ ਲੈ ਸਕਦੇ ਹੋ, ਕੁਛ ਵੀ ਲੈ ਸਕਦੇ ਹੋ ਰਾਜੇ ਤੁਸੀਂ, ਅਪ ਟੂ M ਟਰਮਸ ਲੈ ਲਿਆ। ਤਾਂ M ਬਾਈ R ਆ ਗਿਆ ਬੇਟੇ, 1 ਬਾਈ R ਸੀ, ਰੈਸੀਪ੍ਰੋਕਲ ਕੀਤਾ ਤਾਂ RP ਇਕੁਅਲਸ ਟੂ ਕੀ ਆ ਗਿਆ ਬੇਟੇ, R ਬਾਈ M ਆ ਗਿਆ। ਟੋਟਲ ਰੈਜ਼ਿਸਟੈਂਸ ਕੀ ਹੋਗੀ ਬੇਟੇ, ਇੰਟਰਨਲ ਪਲੱਸ ਐਕਸਟਰਨਲ। ਤਾਂ ਇਹ ਆਪਣੀ ਆ ਗਈ ਟੋਟਲ ਰੈਜ਼ਿਸਟੈਂਸ ਇਨ ਦਾ ਸਰਕਿਟ। ਹੁਣ ਰਾਜੇ ਆਪਣਾ ਟੋਟਲ EMF ਰਹਿ ਗਿਆ। ਹੁਣ ਉਹਦੇ ਲਈ ਬੇਟੇ ਆਹ ਲਾਈਨਸ ਨੂੰ ਬਹੁਤ ਅੱਛੀ ਤਰ੍ਹਾਂ ਰੀਡ ਕਰੋ, ਵੈਰੀ ਇੰਪੋਰਟੈਂਟ ਨੇ ਰਾਜੇ। ਕੀ ਬੋਲ ਰਿਹਾ, ਕਹਿੰਦਾ ਕਿ ਇਨ ਪੈਰਲਰ ਕੰਬੀਨੇਸ਼ਨ ਦੇ ਵਿੱਚ ਬੇਟੇ ਜੋ ਇਫੈਕਟਿਵ EMF ਹੈ ਇਨ ਦਾ ਸਰਕਿਟ ਇਜ਼ ਇਕੁਅਲ ਟੂ ਦਾ EMF ਡਿਊ ਟੂ ਸਿੰਗਲ ਸੈੱਲ। ਕਿ ਜੋ EMF ਹੋਊਗਾ ਪੈਰਲਰ ਕੰਬੀਨੇਸ਼ਨ ਦੇ ਵਿੱਚ ਬੇਟੇ ਉਹ ਸੇਮ ਹੀ ਹੋਊਗਾ ਜਿੰਨਾ ਇੱਕ ਸੈੱਲ ਦਾ ਹੁੰਦਾ ਹੈ। ਕਿਉਂਕਿ ਰਾਜੇ ਆਪਾਂ ਨੂੰ ਪਤਾ ਹੈ ਜਦੋਂ ਆਪਾਂ ਪੈਰਲਰ ਕੰਬੀਨੇਸ਼ਨ ਦੇ ਵਿੱਚ ਕੀਤਾ ਸੀ ਤਾਂ ਆਪਾਂ ਕਿਹਾ ਸੀ ਕਿ I ਡਿਵਾਈਡ ਹੋਊਗਾ, ਬਟ ਜੋ ਵੋਲਟੇਜ ਹੈ, ਪੋਟੈਂਸ਼ੀਅਲ ਡਿਫਰੈਂਸ ਹੈ, ਉਹ ਹਰ ਇੱਕ ਰੈਜ਼ਿਸਟਰ ਦੇ ਲਈ ਸੇਮ ਹੋਊਗਾ। ਤਾਂ ਸੇਮ ਕੌਨਸੈਪਟ ਬੇਟਾ ਇੱਥੇ ਹੈ। ਹੁਣ ਆਪਾਂ ਇੱਥੇ EMF ਦੀ ਗੱਲ ਕਰ ਰਹੇ ਹਾਂ, ਪਰ ਕੰਬੀਨੇਸ਼ਨ ਤਾਂ ਬੇਟਾ ਕੀ ਹੈ, ਸਾਡਾ ਪੈਰਲਰ ਹੈ। EMF ਵੀ ਕਿਤੇ ਨਾ ਕਿਤੇ ਕੀ ਹੈ ਰਾਜੇ, ਪੋਟੈਂਸ਼ੀਅਲ ਡਿਫਰੈਂਸ ਦੀ ਤਰ੍ਹਾਂ ਹੀ ਹੈ। ਤਾਂ ਕੀ ਹੋਇਆ ਰਾਜੇ, ਪੈਰਲਰ ਕੰਬੀਨੇਸ਼ਨ ਹੋਣ ਕਰਕੇ ਚਾਹੇ ਇੱਕ ਸਿੰਗਲ ਸੈੱਲ ਨੂੰ ਕੰਸੀਡਰ ਕਰ ਲਓ, ਚਾਹੇ ਹੋਲ ਸਰਕਿਟ ਨੂੰ ਕਰ ਲਓ, EMF ਕੀ ਰਹੂਗਾ, ਆਲਵੇਜ਼ ਸੇਮ ਰਹੂਗਾ। ਤਾਂ ਬੇਟੇ EMF ਉਹ ਐਜ਼ ਇਟ ਇਜ਼ ਇੰਟਰਨਲ ਰੈਜ਼ਿਸਟੈਂਸ ਹੀ ਹੈਗੀ। ਉਸ ਤੋਂ ਬਾਅਦ ਰਾਜੇ ਇਸ ਦਾ LCM ਲੈ ਲਓ, M ਇੰਟੂ R ਪਲੱਸ R ਆ ਗਿਆ, ਆ ਨੀਚੇ ਵਾਲਾ M ਉੱਪਰ ਚਲਾ ਗਿਆ ਤਾਂ ਆਪਣੇ ਕੋਲ ਇਹ ਵੈਲਿਊਜ਼ ਆ ਗਈਆਂ। ਅਗੇਨ ਹੁਣ ਆਪਾਂ ਡਿਸਕਸ ਕਰਾਂਗੇ ਉਹੀ ਸਪੈਸ਼ਲ ਕੇਸਿਸ ਵੀਰੇ। ਬੇਟੇ R ਲੈਸ ਦੈਨ R ਬਾਈ M ਹੈ ਤਾਂ R ਨੂੰ ਨੈਗਲੈਕਟ ਕਰ ਦਿਓ ਤਾਂ ਆਪਣੇ ਕੋਲ ਕੀ ਆ ਗਈ ਬੇਟੇ, ਇਹ ਆ ਗਈ। ਇੱਥੋਂ ਕੀ ਪਤਾ ਲੱਗਿਆ, ਆਹ ਇੱਕ ਸਿੰਗਲ ਸੈੱਲ ਦੀ ਹੈ ਬੇਟੇ, ਤਾਂ M ਟਾਈਮਸ ਆਫ ਸਿੰਗਲ ਸੈੱਲ ਦਾ ਜੋ ਕਰੰਟ ਹੈ ਉਹ ਕਦੋਂ ਆਇਆ ਬੇਟੇ, ਜਦੋਂ R ਲੈਸ ਦੈਨ ਕੀ ਹੈ ਬੇਟੇ, R ਬਾਈ M ਹੈ। ਠੀਕ। ਹੁਣ ਸੈਕਿੰਡ ਕੇਸ ਦੇ ਵਿੱਚ ਅਗੇਨ ਬੇਟੇ R ਲੈਸ ਦੈਨ R ਲਵਾਂਗੇ ਤਾਂ R ਨੂੰ ਕੀ ਕਰਤਾ, ਨੈਗਲੈਕਟ ਕਰਤਾ ਤਾਂ ਆਪਣੇ ਕੋਲ ਕੀ ਆ ਗਿਆ, ਐਪਸੈਲਨ ਬਾਈ R ਆ ਗਿਆ। ਤਾਂ ਬੇਟੇ ਸੀਰੀਜ਼ ਤੇ ਪੈਰਲਰ ਦੇ ਅਪੋਜ਼ਿਟ ਆ ਗਏ। ਉਹਦੇ 'ਚ ਕੀ ਸੀਗਾ ਕਿ ਜਦੋਂ ਐਕਸਟਰਨਲ ਰੈਜ਼ਿਸਟੈਂਸ ਜ਼ਿਆਦਾ ਹੁੰਦੀ ਸੀ ਮੈਕਸਿਮਮ ਕਰੰਟ ਉਦੋਂ ਹੁੰਦਾ ਸੀ। ਹੁਣ ਇਹਦੇ ਵਿੱਚ ਕੀ ਹੈ ਬੇਟੇ, ਮੈਕਸਿਮਮ ਕਰੰਟ ਕਦੋਂ ਹੈ ਰਾਜੇ, ਜਦੋਂ ਸਾਡੇ ਕੋਲ R ਬਾਈ M ਮੈਕਸਿਮਮ ਹੈ। ਠੀਕ ਹੈ। ਤਾਂ ਇਹ ਸੀਗਾ ਬੇਟੇ ਤੁਹਾਡਾ ਪੈਰਲਰ ਦੇ ਵਿੱਚ ਕੰਬੀਨੇਸ਼ਨ ਆਇਡੈਂਟੀਕਲ ਸੈੱਲਸ ਆ। ਤਾਂ ਆਪਾਂ ਕੀ ਕਨਕਲੂਡ ਕੀਤਾ ਬੇਟੇ, ਅਗੇਨ ਕਿ ਪੈਰਲਰ ਕੰਬੀਨੇਸ਼ਨ ਆਫ ਸੈੱਲਸ ਕਰੰਟ ਡਰਾਉਨ ਇਜ਼ ਮੈਕਸਿਮਮ ਇਫ ਐਕਸਟਰਨਲ ਰੈਜ਼ਿਸਟੈਂਸ ਇਜ਼ ਵੈਰੀ ਲੋ ਐਜ਼ ਕੰਪੇਅਰ ਟੂ ਇੰਟਰਨਲ ਰੈਜ਼ਿਸਟੈਂਸ। ਇੱਥੇ ਰਾਜੇ ਇੰਟਰਨਲ ਰੈਜ਼ਿਸਟੈਂਸ ਲਿਖ ਲਿਓ। ਠੀਕ ਹੈ ਜੀ। ਨਾਓ ਥਰਡ ਇਜ਼ ਬੇਟਾ ਮਿਕਸਡ ਗਰੁੱਪਿੰਗ। ਮਿਕਸ ਦੇ ਵਿੱਚ ਕੀ ਹੋ ਗਿਆ ਬੇਟੇ, ਸਮ ਸੈੱਲਸ ਹੋਣਗੇ ਆਰ ਕਨੈਕਟਡ ਇਨ ਸੀਰੀਜ਼ ਦੇ ਵਿੱਚ ਹੋਣਗੇ, ਕੁਛ ਸੈੱਲ ਹੋਣਗੇ ਬੇਟੇ ਪੈਰਲਰ ਦੇ ਵਿੱਚ ਹੋਣਗੇ, ਤਾਂ ਇਸ ਨੂੰ ਕੀ ਬੋਲਦੇ ਆ ਬੇਟੇ, ਮਿਕਸਡ ਗਰੁੱਪਿੰਗ ਬੋਲਦੇ ਆ।
ਤਾਂ ਆਪਾਂ ਕੀ ਸਪੋਜ਼ ਕੀਤਾ ਬੇਟੇ n ਸੈਲਸ ਨੇ ਸੀਰੀਜ਼ ਦੇ ਵਿੱਚ ਨੇ, m ਰੋਜ਼ ਨੇ ਉਹੀ ਵਾਲੇ ਸੈਲਸ ਦੀਆਂ ਪੈਰਲਰ ਦੇ ਵਿੱਚ। ਹੁਣ ਤਾਂ ਆਪਾਂ ਇੱਥੇ ਹੀ ਆਪਾਂ ਦੇਖਦੇ ਹਾਂ ਰਾਜੇ। ਹੁਣ ਦੇਖੋ ਆਹ ਕੀ ਨੇ ਆਪਣੇ ਕੋਲ ਬੇਟੇ ਨੰਬਰ ਆਫ ਸੈਲਸ ਨੇ ਜਿਹੜੇ ਸੀਰੀਜ਼ ਦੇ ਵਿੱਚ ਨੇ, ਉਹ ਕੀ ਲਿਖੇ ਨੇ ਬੇਟੇ n। ਅਤੇ ਇਸ ਟਾਈਪ ਦੇ ਨਾਲ ਆਪਣੇ ਕੋਲ ਪੈਰਲਰ ਦੇ ਵਿੱਚ ਕਿੰਨੀਆਂ ਰੋਜ਼ ਨੇ ਰਾਜੇ, m ਰੋਜ਼ ਨੇ। ਬੇਟੇ ਪ੍ਰੋਸੈਸ ਸੇਮ ਹੀ ਹੈ। ਟੋਟਲ ਆਪਾਂ EMF ਫਾਈਂਡ ਕਰਾਂਗੇ, ਟੋਟਲ ਰੈਜ਼ਿਸਟੈਂਸ ਫਾਈਂਡ ਆਊਟ ਕਰਾਂਗੇ, ਠੀਕ ਹੈ ਜੀ। ਦੈਨ ਉਹੀ ਅਗੇਨ ਆਪਾਂ ਕਰੰਟ ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਹੁਣ ਦੇਖੋ ਰਾਜੇ ਇਹ ਪਹਿਲਾਂ ਆਪਾਂ ਕੀ ਕੀਤਾ, ਈਚ ਰੋ ਦੇ ਵਿੱਚ ਦੇਖੋ ਇੱਕ ਰੋ ਨੂੰ ਆਪਾਂ ਕੀਤਾ n ਸੈਲਸ ਨੇ, ਤਾਂ ਉਹਨਾਂ ਦੀ ਟੋਟਲ ਰੈਜ਼ਿਸਟੈਂਸ ਕੀ ਹੋ ਗਈ ਬੇਟੇ NR, EMF ਕੀ ਹੋ ਗਿਆ N ਐਪਸਿਲਨ। ਇਹ ਤਾਂ ਆਪਾਂ ਸੀਰੀਜ਼ ਦਾ ਕਰਤਾ। ਹੁਣ ਅੱਗੇ ਦੇਖੋ m ਰੋਜ਼ ਨੇ ਜਿਹੜੀਆਂ ਕੀ ਨੇ ਬੇਟੇ ਆਪਸ ਦੇ ਵਿੱਚ ਪੈਰਲਰ ਨੇ। ਆਹ ਰੋ ਹੋ ਗਈ, ਇਹ ਰੋ ਹੋ ਗਈ, ਆਪਸ ਦੇ ਵਿੱਚ ਕਿੰਨੀਆਂ ਪੈਰਲਰ ਨੇ, ਉਹ ਕਿੰਨੀਆਂ ਰਾਜੇ m ਨੇ। ਹੁਣ ਇਹਦੀ ਰੈਜ਼ਿਸਟੈਂਸ ਫਾਈਂਡ ਕਰਾਂਗੇ 1/RP। ਹੁਣ ਬੇਟੇ ਸਾਰਿਆਂ ਨੂੰ ਆਪਾਂ ਇੱਕ ਰੈਜ਼ਿਸਟੈਂਸ ਕੱਢ ਲਈ, ਮਤਲਬ ਇਹ ਸਾਰਿਆਂ ਦੀ ਰੈਜ਼ਿਸਟੈਂਸ NR ਹੋ ਗਈ। ਸੇਮ ਬੇਟੇ ਇਹਨਾਂ ਦੀ NR ਹੋ ਗਈ, ਸੇਮ ਇਹਨਾਂ ਦੀ ਕੀ ਹੋ ਗਈ NR ਹੋ ਗਈ। ਪੈਰਲਰ ਦੇ ਵਿੱਚ ਨੇ 1/NR ਅਪ ਟੂ ਕੀ ਆ ਗਿਆ ਰਾਜੇ m ਟਰਮਸ, ਕਿਉਂਕਿ ਆਪਾਂ ਕੀ ਕੰਸੀਡਰ ਕੀਤਾ ਬੇਟੇ ਇਹੋ ਜਿਹੀਆਂ ਜਿਹੜੀਆਂ ਰੋਜ਼ ਨੇ ਉਹ ਕਿੰਨੀਆਂ ਨੇ m ਨੇ, ਠੀਕ ਹੈ ਜੀ। ਧਿਆਨ ਨਾਲ ਕਰਨਾ, ਬਹੁਤ ਈਜ਼ੀ ਹੈ ਰਾਜੇ। ਪਹਿਲਾਂ ਸੀਰੀਜ਼ ਨੂੰ ਦੇਖ ਲਓ ਫਿਰ ਪੈਰਲਰ ਨੂੰ ਸੋਲਵ ਕਰ ਲਓ। ਤਾਂ ਬੇਟੇ ਆਪਣੇ ਕੋਲ ਕੀ ਆ ਗਿਆ 1/RP m/ ਕੀ ਆ ਗਿਆ ਰਾਜੇ NR। ਅਗੇਨ ਰੈਸੀਪ੍ਰੋਕਲ ਕਰਤਾ ਇਹ ਆ ਗਿਆ, ਠੀਕ ਹੈ ਜੀ। ਤਾਂ ਟੋਟਲ ਰੈਜ਼ਿਸਟੈਂਸ ਕੀ ਹੋ ਗਈ ਬੇਟੇ R ਹੋਲ ਸਰਕਿਟ ਦੀ ਆਪਾਂ ਫਾਈਂਡ ਆਊਟ ਕਰ ਲਈ, ਇਸ ਨੂੰ ਕਰ ਲਿਆ। ਹੁਣ ਰਾਜੇ ਇੰਟਰਨਲ ਰੈਜ਼ਿਸਟੈਂਸ ਦੀ ਗੱਲ ਆਪਾਂ ਕਰ ਲਈ, ਇਫੈਕਟਿਵ EMF ਦੇਖਾਂਗੇ ਰਾਜੇ। ਹੁਣ ਬੇਟੇ ਉਹਦੇ ਵਿੱਚ ਕੀ ਸੀਗਾ, ਪੈਰਲਰ ਦੇ ਵਿੱਚ ਤਾਂ ਸੇਮ ਹੁੰਦਾ, ਬਟ ਸੀਰੀਜ਼ ਦੇ ਵਿੱਚ ਕੀ ਹੁੰਦਾ n ਟਾਈਮਸ ਹੁੰਦਾ, ਠੀਕ ਹੈ ਜੀ। ਕਹਿੰਦਾ ਪੈਰਲਰ ਦੇ ਵਿੱਚ ਤਾਂ ਡਜ਼ ਨਾਟ ਐਨੀ ਇਫੈਕਟ ਬਟ ਈਚ ਰੋ ਦੇਅਰਫੋਰ ਇਫੈਕਟਿਵ EMF ਆਲ ਸੈਲਸ। ਰੋਜ਼ ਦੇ ਵਿੱਚ ਜਿਹੜੀਆਂ ਆਪਣੀ ਸੀਰੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਰਾਜੇ ਸਾਰੇ ਸੈਲਸ, ਉਹਨਾਂ ਦਾ ਤਾਂ ਹੋਊਗਾ ਉਹ ਕੀ ਹੈ n ਐਪਸਿਲਨ ਹੈ। ਪੈਰਲਰ ਦੇ ਵਿੱਚ ਸੇਮ ਰਹਿੰਦਾ, ਇਟ ਮੀਨਸ ਆਪਾਂ ਆਹੀ ਵਾਲਾ ਰੱਖਾਂਗੇ, ਠੀਕ ਹੈ ਜੀ। ਤਾਂ ਆਪਣੇ ਕੋਲ ਬਸ ਬੇਟਾ ਆ ਗਈ EMF ਦੀ ਵੈਲਿਊ, ਡਿਵਾਈਡ ਕਰਤਾ ਬੇਟੇ ਐਕਸਟਰਨਲ ਰੈਜ਼ਿਸਟੈਂਸ ਟੋਟਲ ਰੈਜ਼ਿਸਟੈਂਸ ਦੇ ਨਾਲ। LCM ਲੈ ਲਓਗੇ ਬੇਟੇ MR + NR। ਆਹ ਵਾਲਾ M ਕੀ ਚਲਾ ਜਾਊਗਾ, ਉੱਪਰ ਚਲਾ ਜਾਊਗਾ, ਠੀਕ ਹੈ ਜੀ। ਹੁਣ ਇੱਥੇ ਆਪਾਂ ਬੇਟੇ ਇੱਕ ਚੀਜ਼ ਯਾਦ ਰੱਖਣੀ ਹੈ ਤੁਸੀਂ ਇਸ ਕੇਸ ਦੇ ਵਿੱਚ ਕਿ ਕਰੰਟ ਕਦੋਂ ਮੈਕਸੀਮਮ ਹੋਊਗਾ। ਕਹਿੰਦਾ ਕਿ ਜਦੋਂ ਨਾ ਆਹ ਵਾਲੀ ਚੀਜ਼ ਹੈ ਬੇਟੇ ਮਿਨੀਮਮ ਹੋਊਗੀ। ਉਹਦੇ ਲਈ ਅਜੇ ਆਹ ਕਰੋਲਰੀ ਬੇਟੇ ਐਜ਼ ਇਟ ਇਜ਼ ਲਰਨ ਕਰਨੀ ਹੈ ਤੁਸੀਂ। ਅਗਰ ਬੇਟੇ ਇਸ ਨੂੰ ਸੋਲਵ ਕਰੋਗੇ ਨਾ ਤਾਂ ਆਹੀ ਵਾਲੀ ਟਰਮ ਬਣਦੀ ਹੈ, ਠੀਕ ਹੈ ਜੀ। ਤਾਂ ਆਹ ਵਾਲੀ ਟਰਮ ਬਣਦੀ ਹੈ ਰਾਜੇ। ਕਹਿੰਦਾ ਕਿ ਇਹ ਚਾਹੇ ਸਿੱਧਾ ਵੀ ਬੇਟੇ ਤੁਸੀਂ ਇਸ ਨੂੰ ਕੰਸੀਡਰ ਕਰ ਸਕਦੇ ਹੋ ਕਿ MR + NR = ਕੀ ਹੋਣਾ ਚਾਹੀਦਾ, 0 'ਤੇ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਬੇਟੇ ਉਹਦੇ ਲਈ ਕੀ ਕਰਾਂਗੇ ਆਪਾਂ, ਆਹ ਵਾਲੀ ਕਰੋਲਰੀ ਨੂੰ ਐਜ਼ ਇਟ ਇਜ਼ ਲਰਨ ਰੱਖਾਂਗੇ, ਠੀਕ ਹੈ ਜੀ। ਹੁਣ ਬੇਟੇ ਆਹ ਸਕੇਅਰ ਐਜ਼ ਇਟ ਇਜ਼ ਆ ਗਿਆ, ਆਹ ਪਲੱਸ ਨੂੰ ਇੱਧਰ ਰੱਖ ਲਿਆ, ਉੱਧਰ ਜਾ ਕੇ ਬੇਟੇ ਮਿਨੀਮਮ ਵੈਲਿਊ ਹੀ ਹੋਗੀ। ਕਹਿੰਦਾ ਇਹ ਹੋਲ ਟਰਮ ਕੀ ਹੋਣੀ ਚਾਹੀਦੀ ਹੈ, ਮਿਨੀਮਮ ਹੋਣੀ ਚਾਹੀਦੀ। ਇਹ ਮਿਨੀਮਮ ਕਹਿੰਦਾ ਤਾਂ ਹੋਊਗੀ ਜੇ ਆਹ ਵਾਲੀ ਟਰਮ ਹੈ ਬੇਟੇ ਉਹ 0 ਦੇ ਇਕੁਅਲ ਹੋਊਗੀ। ਇਹ ਵਾਲੀ ਟਰਮ ਕੀ ਚਲੀ ਗਈ ਬੇਟੇ ਉੱਧਰ ਚਲੀ ਗਈ, MR = ਕੀ ਆ ਗਿਆ ਰਾਜੇ NR 'ਤੇ। ਤਾਂ ਰਾਜੇ R ਦੀ ਵੈਲਿਊ ਆਪਾਂ ਕੀ ਫਾਈਂਡ ਕਰ ਲਈ NR/M, ਠੀਕ ਹੈ ਜੀ। ਦਸ ਮਿਕਸਡ ਗਰੁੱਪਿੰਗ ਦੇ ਵਿੱਚ ਬੇਟੇ ਮੈਕਸੀਮਮ ਕਦੋਂ ਹੋਊਗਾ, ਜਦੋਂ ਐਕਸਟਰਨਲ ਰੈਜ਼ਿਸਟੈਂਸ ਇਕੁਅਲ ਟੂ ਹੋਊਗੀ ਟੋਟਲ ਇੰਟਰਨਲ ਰੈਜ਼ਿਸਟੈਂਸ। ਦੇਖੋ ਆਹ ਟੋਟਲ ਇੰਟਰਨਲ ਰੈਜ਼ਿਸਟੈਂਸ ਹੋ ਗਈ ਬੇਟੇ, ਆਹ ਐਕਸਟਰਨਲ ਹੋ ਗਈ। ਤਾਂ ਮਿਕਸਡ ਗਰੁੱਪਿੰਗ ਦੇ ਵਿੱਚ ਕਦੋਂ ਹੋਊਗਾ ਰਾਜੇ, ਜਦੋਂ ਦੋਨੇ ਕੀ ਹੋਣਗੀਆਂ ਇਕੁਅਲ ਹੋਣਗੀਆਂ, ਠੀਕ ਹੈ ਜੀ। ਹੁਣ ਬੇਟੇ ਕੁਛ ਪੁਆਇੰਟਸ ਨੇ ਇਹਨਾਂ ਨੂੰ ਲਰਨ ਰੱਖਣਾ ਹੈ, ਠੀਕ ਹੈ ਜੀ। ਫਸਟ ਬੇਟੇ ਸੀਰੀਜ਼ ਕੰਬੀਨੇਸ਼ਨ ਆਫ ਸੈਲ ਇਜ਼ ਯੂਜ਼ਡ ਵੈਨ ਹਾਈ EMF ਇਜ਼ ਰਿਕੁਆਇਰਡ। ਬੇਟੇ ਹੁਣ ਇਹਨਾਂ ਦੇ ਯੂਜ਼ਿਸ ਨੇ ਕਿ ਸਾਡੇ ਕੋਲ ਅਲੱਗ-ਅਲੱਗ ਕੰਬੀਨੇਸ਼ਨ ਦੀ ਕੀ ਨੀਡ ਹੋਈ ਆਪਾਂ ਨੂੰ। ਕਹਿੰਦਾ ਸੀਰੀਜ਼ ਕੰਬੀਨੇਸ਼ਨ ਬੇਟਾ ਉੱਥੇ ਯੂਜ਼ ਕਰਦੇ ਹਾਂ ਜਿੱਥੇ ਸਾਨੂੰ ਹਾਈ EMF ਦੀ ਲੋੜ ਹੈ। ਪੈਰਲਰ ਉੱਥੇ ਰੱਖਦੇ ਹਾਂ ਬੇਟੇ, ਪੈਰਲਰ ਕੰਬੀਨੇਸ਼ਨ ਜਦੋਂ ਸਾਨੂੰ ਹਾਈ ਕਰੰਟ ਰਿਕੁਆਇਰਡ ਹੈ। ਮਿਕਸਡ ਕਦੋਂ ਬੇਟੇ, ਜਦੋਂ ਹਾਈ ਪਾਵਰ ਰਿਕੁਆਇਰਡ ਹੈ ਤਾਂ ਆਪਾਂ ਮਿਕਸਡ ਗਰੁੱਪਿੰਗ ਕਰਦੇ ਹਾਂ, ਠੀਕ ਹੈ ਜੀ। ਫੋਰਥ ਬੇਟਾ ਕਹਿੰਦਾ ਕਿ if EMF or internal resistance n cells connected in parallel are different, ਜਿਹੜੀ ਪੈਰਲਰ ਦੇ ਵਿੱਚ ਬੇਟੇ ਇੰਟਰਨਲ ਰੈਜ਼ਿਸਟੈਂਸ ਲੱਗੀ ਹੈ ਉਹ ਅਗਰ ਡਿਫਰੈਂਟ ਹੋਵੇ ਤਾਂ ਆਪਾਂ ਕਿਵੇਂ I ਦੀ ਵੈਲਿਊ ਨੂੰ ਫਾਈਂਡ ਕਰਾਂਗੇ ਬੇਟੇ। ਓਬਵੀਅਸ ਹੈ ਜੇ ਡਿਫਰੈਂਟ ਹੈ ਤਾਂ ਆਪਾਂ ਉਹਨਾਂ ਸਾਰਿਆਂ ਦਾ ਡਿਫਰੈਂਟ ਐਡ ਕਰ ਲਾਂਗੇ, ਠੀਕ ਹੈ ਜੀ। ਤਾਂ ਆਪਾਂ ਇਹ ਵਾਲਾ ਜਿਹੜਾ ਫਾਰਮੂਲਾ ਬੇਟੇ ਉਹ ਯੂਜ਼ ਕਰਨਾ। ਤਾਂ ਬੇਟੇ ਅੱਜ ਲਈ ਇੰਨਾ ਹੀ। ਅਗਰ ਕੋਈ ਕਿਊਰੀ ਹੋਵੇ ਤਾਂ ਬੇਟਾ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਅਗਰ ਤੁਹਾਨੂੰ ਇਹ ਨੌਲੇਜ ਯੂਜ਼ਫੁਲ ਲੱਗਦੀ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰਿਓ।